ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਇਸ YouTube ਚੈਨਲ ਦੇ ਉੱਪਰ। ਅੱਜ ਅਸੀਂ ਗੱਲ ਕਰਾਂਗੇ ਕਿ ਮੈਥ ਦੀ ਸਕਰੂਟਨੀ ਲਈ ਜੋ ਫਾਈਲ ਜਿਹੜੀ ਅਸੀਂ ਅਪਲੋਡ ਕਰਨੀ ਹੈ ਉਹਦੇ ਲਈ ਸਾਨੂੰ ਕਿਹੜੇ ਡਾਕੂਮੈਂਟਸ ਦੀ ਲੋੜ ਪੈਣੀ ਹੈ ਔਰ ਕਿਸ ਤਰ੍ਹਾਂ ਅਸੀਂ ਜਿਹੜੀ ਆ ਉਹ PDF ਬਣਾਉਣੀ ਹੈ ਔਰ ਕਿੱਥੇ ਸੈਂਡ ਕਰਨੀ ਹੈ। ਉਸ ਤੋਂ ਬਾਅਦ ਕਾਫੀ ਜਿਹੜੇ ਕਮੈਂਟ ਵੀ ਆ ਰਹੇ ਸੀ ਕਿ ਸੈਕੰਡ ਲਿਸਟ ਆਏਗੀ ਜਾਂ ਨਹੀਂ, ਅਸੀਂ ਇਹਦੇ ਉੱਪਰ ਵੀ ਗੱਲ ਕਰਾਂਗੇ। ਔਰ ਲਾਸਟ ਦੇ ਵਿੱਚ ਕੀ ਹੈ ਕਿ ਜਿਹੜੇ ਕਾਫੀ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦੇ ਮਾਰਕਸ ਇਹ ਸਕਰੂਟਨੀ ਜਿਹੜੀ ਕਿ ਕੱਲ੍ਹ ਹੋਈ ਹੈ ਉਹਦੇ ਵਿੱਚ ਨਹੀਂ ਆਏ, ਕਿ ਉਹਨਾਂ ਦਾ ਅਗਲੀ ਲਿਸਟ ਦੇ ਵਿੱਚ ਨਾਮ ਆਏਗਾ ਜਾਂ ਕਿੰਨੇ ਜਿਹੜੇ ਸਟੂਡੈਂਟ ਉਸ ਸਕਰੂਟਨੀ ਦੇ ਵਿੱਚ ਹਾਜ਼ਰ ਹੋਏ ਸੀ, ਉਹਦੇ ਉੱਪਰ ਅਸੀਂ ਜਿਹੜੀ ਅੱਜ ਉਹ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜਿਵੇਂ ਕਿ ਮੈਥ ਦੀ ਜਿਹੜੀ ਸਕਰੂਟਨੀ ਹੋਣੀ ਹੈ 13 ਤਰੀਕ ਨੂੰ, ਉਹਦੇ ਲਈ ਜਿਹੜੀ ਅਸੀਂ ਫਾਈਲ ਤਿਆਰ ਕਰਨੀ ਹੈ, ਸਭ ਤੋਂ ਪਹਿਲਾਂ ਕਿਸੇ ਵੀ ਬੁੱਕ ਸ਼ਾਪ ਤੋਂ ਤੁਸੀਂ ਇੱਕ ਫਾਈਲ ਜਿਹੜੀ ਆ ਉਹ ਲੈ ਆਓ ਔਰ ਉਹਦੇ ਉੱਪਰ ਇਹ ਜੋ ਤੁਸੀਂ ਸਕਰੀਨ ਦੇ ਉੱਪਰ ਪੇਜ ਦੇਖ ਰਹੇ ਹੋ ਉਹਦੇ ਉੱਪਰਲੀ ਸਾਈਡ ਇਹਨੂੰ ਪੇਸਟ ਕਰ ਦਿਓ। ਇਹ ਸਾਰੇ ਪਰਫਾਰਮੈਂਸ ਤੁਸੀਂ ਫਿਲ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਇਹਨੂੰ ਪਹਿਲੇ ਪੇਜ ਦੇ ਉੱਪਰ ਉਹਨੂੰ ਤੁਸੀਂ ਪੇਸਟ ਕਰ ਲੈਣਾ। ਉਸ ਤੋਂ ਬਾਅਦ ਇਹ ਵਾਲਾ ਜਿਹੜਾ ਪਰਫਾਰਮਾ ਤੁਸੀਂ ਦੇਖ ਰਹੇ ਹੋ, ਇਹ ਵਾਲਾ ਪਰਫਾਰਮਾ ਤੁਸੀਂ ਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ। ਅਗਰ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਸਾਡੇ ਟੈਲੀਗ੍ਰਾਮ ਗਰੁੱਪ ਦਾ ਉਹਨੂੰ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ, ਉਹਦਾ ਅਸੀਂ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ, ਤਾਂ ਤੁਸੀਂ ਉੱਥੋਂ ਜਾ ਕੇ ਵੀ ਜਿਹੜਾ ਇਹ ਵਾਲਾ ਪਰਫਾਰਮਾ ਉਹ ਡਾਊਨਲੋਡ ਕਰ ਸਕਦੇ ਹੋ। ਇਹਦੀਆਂ ਤੁਸੀਂ ਜਿਹੜੇ ਪ੍ਰਿੰਟ ਕਢਵਾ ਲੈਣਾ। ਉਸ ਤੋਂ ਬਾਅਦ ਇਹਨੂੰ ਫਿਲ ਕਰਨਾ। ਇਹ ਵਾਲਾ ਪਰਫਾਰਮਾ ਜਿਹੜਾ ਇਹ ਲਾਜ਼ਮੀ ਹੈ, ਇਹ ਜ਼ਰੂਰੀ ਹੈ। ਇਹੀ ਉਹ ਪਰਫਾਰਮਾ ਹੈ ਜਿਹਦੇ ਉੱਪਰ ਜਿਹੜੇ ਉਹ ਸਕਰੂਟਨੀ ਵਾਲੇ ਜਿਹੜੇ ਆਪਣੇ ਜਿਹੜੇ ਸਿਗਨੇਚਰ ਕਰਨਗੇ। ਔਰ ਤੁਸੀਂ ਇਹਨੂੰ ਜਿਹੜਾ ਫੁੱਲ ਭਰ ਕੇ ਲੈ ਕੇ ਜਾਣਾ। ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਸਾਨੂੰ ਜਦੋਂ ਵੀ ਤੁਸੀਂ ਉਹ ਗਰੁੱਪ ਦੇ ਵਿੱਚ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਸੇਜ ਕਰਕੇ ਪੁੱਛ ਸਕਦੇ ਹੋ। ਸੋ ਇਹ ਵਾਲਾ ਪਰਫਾਰਮਾ ਭਰਨ ਤੋਂ ਬਾਅਦ ਇਹਦੇ ਉੱਪਰ ਜਿਹੜੀ ਤੁਸੀਂ ਫੋਟੋ ਪੇਸਟ ਕਰਨੀ ਹੈ ਔਰ ਆਪਣੇ ਜਿਹੜੇ ਸਿਗਨੇਚਰ ਉਹਦੇ ਉੱਪਰ ਕਰਨੇ ਨੇ। ਸੈਲਫ ਅਟੈਸਟਡ ਜਿਹੜੀ ਫੋਟੋ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਇਹ ਵਾਲਾ ਜਿਹੜਾ ਪਰਫਾਰਮਾ ਤੁਸੀਂ ਦੇਖ ਰਹੇ ਹੋ, ਇਹ ਪਰਫਾਰਮਾ ਅਗਰ ਤੁਸੀਂ ਨਹੀਂ ਵੀ ਭਰਦੇ ਤਾਂ ਵੀ ਚੱਲ ਜਾਏਗਾ, ਪਰ ਜਿਹੜੇ ਅਦਰ ਸਟੇਟ ਵਾਲੇ ਨੇ ਜਾਂ ਜਿਨ੍ਹਾਂ ਨੇ ਡਿਸਟੈਂਸ ਰਾਹੀਂ ਜਿਹੜੀ ਹੈ ਕੋਈ ਉਹਨਾਂ ਦੀ ਕੁਆਲੀਫਿਕੇਸ਼ਨ ਜਿਹੜੀ ਡਿਸਟੈਂਸ ਐਜੂਕੇਸ਼ਨ ਦੁਆਰਾ ਜਿਹੜੀ ਲਈ ਗਈ ਹੈ, ਪ੍ਰਾਪਤ ਕਰੀ ਹੈ, ਉਹ ਇਸ ਪਰਫਾਰਮੇ ਨੂੰ ਜ਼ਰੂਰ ਭਰਨਾ। ਔਰ ਇਸ ਦੇ ਉੱਪਰ ਵੀ ਜਿਹੜੀ ਆਪਣੀ ਫੋਟੋ ਪੇਸਟ ਕਰਕੇ ਉਹਨੂੰ ਸੈਲਫ ਅਟੈਸਟਡ ਕਰ ਲੈਣਾ। ਸੋ ਪੂਰਾ ਧਿਆਨ ਨਾਲ ਜਿਹੜੇ ਇਹ ਦੋਨੋਂ ਜਿਹੜੇ ਪਰਫਾਰਮੇ ਜਿਹੜੇ ਅਸੀਂ ਭੇਜਿਆ ਉਹਨਾਂ ਨੂੰ ਪੂਰੇ ਧਿਆਨ ਨਾਲ ਭਰਨਾ। ਔਰ ਉਸ ਤੋਂ ਬਾਅਦ ਜਿਹੜੇ ਵੀ ਸਾਡੇ ਕੋਲ ਡਾਕੂਮੈਂਟ ਹੈਗੇ ਨੇ ਉਹਨਾਂ ਨੂੰ ਤੁਸੀਂ ਲਾਈਨ ਵਾਈਜ਼, ਜਿਵੇਂ ਕਿ ਸਕਰੂਟਨੀ ਵਾਲੀ ਜਿਹੜੀ ਉਹ ਨੋਟਿਸ ਆਇਆ ਸੀ ਉਹਦੇ ਉੱਪਰ ਦਿੱਤਾ ਹੋਇਆ, ਉਸੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਇੱਕ ਲਾਈਨ ਦੇ ਵਿੱਚ ਇੱਕ ਤਰਤੀਬ ਦੇ ਵਿੱਚ ਲਗਾ ਲੈਣਾ। ਉਸੇ ਤਰ੍ਹਾਂ ਜਿਹੜਾ ਇਹਨਾਂ ਨੂੰ ਆਪਸ ਦੇ ਵਿੱਚ ਫਾਈਲ ਦੇ ਵਿੱਚ ਅਟੈਚ ਕਰਕੇ ਰੱਖ ਲੈਣੇ ਨੇ। ਔਰ ਜਿਹੜੀ PDF ਉਹ ਵੀ ਉਸੇ ਤਰ੍ਹਾਂ ਹੀ ਤੁਹਾਨੇ ਬਣਾਉਣੀ ਹੈ। ਔਰ ਮੇਨ ਗੱਲ PDF ਦੇ ਵਿੱਚ ਜਿਹੜੇ ਤੁਸੀਂ ਡਾਕੂਮੈਂਟ ਆਪਣੇ ਸਰਟੀਫਿਕੇਟ ਜੋ ਵੀ ਨੇ ਉਹ ਓਰੀਜਨਲ ਹੀ ਜਿਹੜੇ ਸਕੈਨ ਕਰਿਓ, ਉਹਨਾਂ ਦੀ ਹੀ PDF ਬਣਾਇਓ ਔਰ ਉਹੀ ਜਿਹੜੀ PDF ਬਣਾ ਕੇ ਉਹਨੂੰ ਤੁਸੀਂ ਸੈਂਡ ਕਰ ਸਕਦੇ ਹੋ। ਉਹਦੇ ਅੱਗੇ ਇਹ ਵਾਲੇ ਜੋ ਦੋ ਅਸੀਂ ਪਰਫਾਰਮੇ ਦਿੱਤੇ ਨੇ ਇਹਨਾਂ ਨੂੰ ਫਿਲ ਕਰਕੇ ਉਹਨਾਂ ਨੂੰ ਜ਼ਰੂਰ ਜਿਹੜਾ ਤੁਸੀਂ ਉਸ PDF ਦੇ ਅੱਗੇ ਜਿਹੜਾ ਸਕੈਨ ਕਰ ਲੈਣਾ। ਸੋ ਸਾਰੀ PDF ਬਣਾ ਕੇ ਤੁਸੀਂ ਆਪਣਾ ਜੋ ਵੀ ਇਹਨਾਂ ਨੇ ਮੇਲਸ ਦਿੱਤੀਆਂ ਹੋਈਆਂ ਨੇ ਤੁਹਾਨੂੰ ਮੈਥ ਵਾਲੀਆਂ, ਉਹਦੇ ਉੱਪਰ ਜਿਹੜਾ ਇਹਨੂੰ ਸੈਂਡ ਕਰ ਦੇਣਾ। ਸੋ ਇਸ ਤੋਂ ਬਾਅਦ ਅੱਜ ਦਾ ਸਾਡਾ ਜਿਹੜਾ ਮੇਨ ਜਿਹੜਾ ਟੌਪਿਕ ਸੀ, ਜਿਹਦੇ ਉੱਪਰ ਕਾਫੀ ਸਟੂਡੈਂਟਸ ਦੇ ਜਿਹੜੇ ਕਮੈਂਟ ਆਏ ਸੀ ਕਿ ਜੋ 9 ਤਰੀਕ ਨੂੰ ਜਿਹੜੀ ਸਾਇੰਸ ਦੀ ਸਕਰੂਟਨੀ ਹੋਈ ਹੈ ਉੱਥੇ ਕਿੰਨੇ ਕੈਂਡੀਡੇਟ ਪ੍ਰੈਜੈਂਟ ਸੀਗੇ, ਕਿੰਨੇ ਕੁ ਜਿਹੜੇ ਉਹਨਾਂ ਨੇ ਬੁਲਾਏ ਗਏ ਸੀ। ਸੋ ਅਗਰ ਦੇਖਿਆ ਜਾਵੇ ਤਾਂ ਜਿਵੇਂ ਕਿ ਕੁਛ ਸਾਡੇ ਸਾਥੀਆਂ ਦਾ ਜਿਹੜਾ ਉੱਥੇ ਫਾਈਲ ਨੰਬਰ ਸੀ ਜੋ ਉਹਨਾਂ ਨੂੰ ਮਿਲਿਆ ਸੀ, ਇੱਕ ਸਾਥੀ ਸੀ ਜਿਹਦਾ ਕਿ ਫਾਈਲ ਨੰਬਰ 363645 ਇੱਦਾਂ ਦਾ ਕੁਛ ਸੀ, ਉਹ ਚੰਗੀ ਤਰ੍ਹਾਂ ਯਾਦ ਨਹੀਂ ਹੈਗਾ। ਸੋ ਇਹਦੇ ਨੇੜੇ ਤੇੜੇ ਉਹਦਾ ਨੰਬਰ ਸੀ ਔਰ ਉਹਦੇ ਮਾਰਕਸ ਜਿਹੜੇ ਸੀਗੇ ਉਹ 57 ਸੀ। ਤਾਂ ਉੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ 57 ਵਾਲਾ ਜਿਹੜਾ ਉਹਦਾ ਸੀਰੀਅਲ ਨੰਬਰ ਸੀ ਉਹ 360 65 ਇਹਦੇ ਇੱਥੇ ਨੇੜੇ ਤੇੜੇ ਜੇ ਨੰਬਰ ਸੀਗਾ। ਸੋ ਅਗਰ ਇੰਨੇ ਨੰਬਰਾਂ ਵਾਲਾ ਕੈਂਡੀਡੇਟ ਜਿਹੜਾ ਉਹਦਾ ਫਾਈਲ ਨੰਬਰ 360 65 ਤੱਕ ਜਾਂਦਾ ਹੈ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਕਿ 20 ਤੋਂ 30 ਕੈਂਡੀਡੇਟ ਜਿਹੜੇ ਹੋਰ ਹੋਣੇ। ਸੋ ਟੋਟਲ ਨੀਅਰੈਸਟ ਜਿਹੜੇ ਆਲਮੋਸਟ 400 ਦੇ ਨੇੜੇ ਜਿਹੜਾ ਕੈਂਡੀਡੇਟ ਸੀਗਾ ਜੋ ਉਹਨਾਂ ਨੇ ਬੁਲਾਇਆ ਸੀ। ਔਰ ਉਸ ਤੋਂ ਬਾਅਦ ਹੁਣ ਕਾफ़ी ਕਮੈਂਟ ਆ ਰਹੇ ਸੀ ਕਿ ਅਗਰ 400 ਕੈਂਡੀਡੇਟ ਜਿਹੜਾ ਉਹਨਾਂ ਨੇ ਪਹਿਲਾਂ ਹੀ ਬੁਲਾ ਲਿਆ
ਤਾਂ ਦੂਜੀ ਲਿਸਟ ਜਿਹੜੀ ਆ ਉਹ ਕਿਸ ਤਰ੍ਹਾਂ ਆਏਗੀ, ਕਿਉਂਕਿ ਜਿਹੜੀਆਂ ਸੀਟਸ ਵੀ ਜਿਹੜੀਆਂ ਨੇ ਅੱਜ ਅਗਰ ਅਸੀਂ ਡੀ ਰਿਜ਼ਰਵ ਵੀ ਕਰ ਲੈਂਦੇ ਹਾਂ ਤਾਂ ਉਹ ਤਕਰੀਬਨ 300 350 ਦੇ ਨੇੜੇ ਤੇੜੇ ਜਿਹੜੀ ਆ ਸੀਟਸ ਬਣਦੀ ਹੈ। ਸੋ ਇਸ ਲਈ ਕਾਫੀ ਕਮੈਂਟ ਆ ਰਹੇ ਸੀ ਕਿ ਫਿਰ ਸੈਕੰਡ ਲਿਸਟ ਕਿਸ ਤਰ੍ਹਾਂ ਆਏਗੀ। ਸੋ ਇਸ ਚੀਜ਼ ਲਈ ਮੈਂ ਕਲੀਅਰ ਕਰ ਦੇਵਾਂ ਕਿ ਇਹਨਾਂ ਦੇ ਵਿੱਚੋਂ ਜੋ 400 ਕੈਂਡੀਡੇਟ ਉਹਨਾਂ ਨੇ ਬੁਲਾਏ ਸੀ, ਕਾਫੀ ਕੈਂਡੀਡੇਟ ਤਾਂ ਉਹ ਸੀ 3704 ਵਾਲੇ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਸੀ, ਉਹ ਜਿਹੜੇ ਇਸ ਸਕਰੂਟਨੀ ਦੇ ਉੱਪਰ ਬਹੁਤ ਘੱਟ ਗਿਣਤੀ ਦੇ ਵਿੱਚ ਪਹੁੰਚੇ ਨੇ। ਸੋ ਪਹਿਲਾਂ ਤਾਂ ਉਹ ਆ ਵੀ ਉਹ ਇਸ ਸਕਰੂਟਨੀ ਦੇ ਵਿੱਚ ਨਹੀਂ ਆਏ, ਗੈਰ ਹਾਜ਼ਰ ਰਹੇ ਨੇ। ਦੂਜਾ ਉਹ ਹੈ ਕਾਫੀ ਕੈਂਡੀਡੇਟ ਉਹ ਸੀ ਜਿਹੜੇ ਜਿਨ੍ਹਾਂ ਨੇ ਸਿਰਫ ਵੈਸੇ ਹੀ ਪੇਪਰ ਦਿੱਤਾ ਸੀ, ਉਹ ਕੁਝ ਕੈਂਡੀਡੇਟ ਹੀ ਸੀ ਉਹ ਜਿਹੜੇ ਕਿ ਉਹ ਵੀ ਸਕਰੂਟਨੀ ਦੇ ਉੱਪਰ ਨਹੀਂ ਪਹੁੰਚੇ। ਸੋ ਉਸ ਤੋਂ ਬਾਅਦ ਅਗਰ ਗੱਲ ਕਰੀ ਜਾਵੇ ਤਾਂ ਕੁਝ ਕੁ ਕੈਂਡੀਡੇਟ ਉਹ ਵੀ ਹੋਣਗੇ ਜਿਨ੍ਹਾਂ ਦੀ ਕੋਈ ਡਾਕੂਮੈਂਟ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਹੁੰਦੀ ਹੈ, ਕੁਛ ਜਾਲੀ ਵੀ ਹੋ ਸਕਦੇ ਨੇ, ਜਾਂ ਐਵੇਂ ਕਰਕੇ ਲਾ ਲਓ ਕੁਛ ਕੁ ਗਿਣਤੀ ਦੇ ਵਿੱਚ ਕੈਂਡੀਡੇਟ ਹੋਣਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਵੀ ਬਾਹਰ ਕੀਤਾ ਜਾ ਸਕਦਾ। ਔਰ ਦੂਸਰਾ ਦੇਖਿਆ ਜਾਵੇ ਤਾਂ ਟੋਟਲ ਕੈਂਡੀਡੇਟ ਅਸੀਂ ਮੈਥ ਔਰ ਸਾਇੰਸ ਦੇ ਵਿੱਚ ਅਗਰ ਕਾਊਂਟ ਕਰੀਏ ਤਾਂ ਤਕਰੀਬਨ 1300 ਦੇ ਤਕਰੀਬਨ ਜਿਹੜੇ ਟੋਟਲ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਸਾਇੰਸ ਔਰ ਮੈਥ ਦਾ ਪੇਪਰ ਦਿੱਤਾ। ਔਰ ਉਹਨਾਂ ਦੇ ਵਿੱਚੋਂ ਅਗਰ ਅਸੀਂ ਅੰਦਾਜ਼ਾ ਲਗਾਈਏ ਕਿ ਸਾਇੰਸ ਔਰ ਮੈਥ ਦੀਆਂ ਦੋਨਾਂ ਦੀਆਂ ਪੋਸਟਾਂ ਅਗਰ ਅਸੀਂ ਪਲੱਸ ਕਰ ਲੈਂਦੇ ਹਾਂ ਤਾਂ ਉਹ ਤਕਰੀਬਨ 1100 ਜਾਂ 1100 ਤੋਂ ਅਬਵ ਜਿਹੜੀਆਂ ਪੋਸਟਾਂ ਜਿਹੜੀਆਂ ਉਹ ਬਣਦੀਆਂ ਨੇ। ਸੋ ਉਹ ਤੋਂ ਵੀ ਅਸੀਂ ਇੱਕ ਮੋਟਾ ਜਿਹਾ ਅੰਦਾਜ਼ਾ ਲਗਾ ਸਕਦੇ ਕਿ ਅਗਰ ਟੋਟਲ ਜਿਹੜੇ ਕੈਂਡੀਡੇਟ 1100 ਕੈਂਡੀਡੇਟ ਦੋਨਾਂ ਪੋਸਟਾਂ ਦੇ ਵਿੱਚ ਹੈਗੇ ਨੇ ਜਿਹੜੇ ਉਹਨਾਂ ਨੇ ਰੱਖਣੇ ਨੇ, ਅਗਰ ਸਾਡੇ ਕੋਲ ਟੋਟਲ ਕੈਂਡੀਡੇਟ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਤਾਂ ਉਹ ਤਕਰੀਬਨ 1600 ਕੈਂਡੀਡੇਟ ਸੀਗਾ ਜਿਹਨੇ ਐਗਜ਼ਾਮ ਦਿੱਤਾ ਸੀਗਾ, ਜਿਹਦੇ ਵਿੱਚ 750 ਦੇ ਤਕਰੀਬਨ ਸਾਇੰਸ ਵਾਲਾ ਸੀ ਔਰ 1050 ਦੇ ਤਕਰੀਬਨ ਜਿਹੜਾ ਮੈਥ ਵਾਲਾ ਸੀ। ਔਰ ਹੁਣ ਉਹ ਦੋਨਾਂ ਦੇ ਵਿੱਚੋਂ ਵੀ ਜਿਹੜੇ ਇੱਦਾਂ ਦੇ ਕੈਂਡੀਡੇਟ ਵੀ ਸੀਗੇ ਜਿਨ੍ਹਾਂ ਨੇ ਮੈਥ ਦਾ ਵੀ ਦਿੱਤਾ ਸੀ ਔਰ ਸਾਇੰਸ ਦਾ ਵੀ ਦਿੱਤਾ ਸੀ। ਤਾਂ ਇਸ ਤਰ੍ਹਾਂ ਅਸੀਂ ਇੱਕ ਮੋਟਾ ਜਿਹਾ ਅੰਦਾਜ਼ਾ ਲਗਾ ਸਕਦੇ ਕਿ ਤਕਰੀਬਨ 1300 ਦੇ 1400 ਦੇ ਨੇੜੇ ਤੇੜੇ ਜਿਹੜਾ ਕੈਂਡੀਡੇਟ ਜਿਹੜਾ ਉਹ ਹੋਏਗਾ। ਸੋ ਇਹਨਾਂ ਦੇ ਵਿੱਚੋਂ ਸਿੱਧਾ ਹੀ ਇੱਕ ਹਿਸਾਬ ਲੱਗਦਾ ਕਿ 1200 ਕੈਂਡੀਡੇਟ ਤਾਂ ਪੋਸਟਾਂ 1100 ਪੋਸਟਾਂ ਤਾਂ ਹੈਗੀ ਨੇ ਔਰ ਉਹ ਤਾਂ 1100 ਫਿਲ ਹੋਏ ਜਾਣਗੀਆਂ। ਸੋ ਪਿੱਛੇ 200-300 ਕੈਂਡੀਡੇਟ ਬਚਦਾ। ਸਰ ਉਹ ਦੇਖਿਆ ਜਾਵੇ ਤਾਂ ਉਹੀ ਕੈਂਡੀਡੇਟ ਜਿਹੜੇ ਇਹਨਾਂ ਪੋਸਟਾਂ 'ਚੋਂ ਬਾਹਰ ਹੋਣਗੇ ਜਿਨ੍ਹਾਂ ਦੇ ਮਾਰਕਸ ਜਿਹੜੇ ਕਾਫੀ ਜ਼ਿਆਦਾ ਲੋ ਨੇ। ਸੋ ਉਹ ਵੀ ਕੋਈ ਜ਼ਿਆਦਾ ਚਾਂਸ ਨਹੀਂ ਹੈਗੇ ਕਿ ਉਹ ਬਾਹਰ ਹੋਣਗੇ ਜਾਂ ਨਹੀਂ, ਕਿਉਂਕਿ ਅਗਰ 3704 ਵਾਲੇ ਇਹਨਾਂ ਦੇ ਵਿੱਚ ਨਹੀਂ ਇਨਕਲੂਡ ਹੁੰਦੇ, ਉਹ ਸੀਟਸ ਨਹੀਂ ਲੈਂਦੇ। ਔਰ ਕੁਛ ਕੈਂਡੀਡੇਟ ਜਿੱਦਾਂ ਤੁਹਾਨੂੰ ਦੱਸਿਆ ਕਿ ਕੁਛ ਕੁ ਤਾਂ ਇੱਦਾਂ ਦੇ ਹੁੰਦੇ ਨੇ ਜਿਹੜੇ ਵੈਸੇ ਹੀ ਪੇਪਰ ਦਿੰਦੇ ਨੇ। ਸੋ ਉਹ ਵੀ ਜਿਹੜੇ ਕੈਂਡੀਡੇਟ ਹੋਣਗੇ ਇਹਨਾਂ ਪੋਸਟਾਂ ਦੇ ਵਿੱਚ ਨਹੀਂ ਆਉਣਗੇ। ਤਾਂ ਇੱਦਾਂ ਕਰਦੇ 30-40 ਸੀਟਾਂ ਜਿਹੜੀਆਂ ਫਿਰ ਵੀ ਖਾਲੀ ਹੋਣਗੀਆਂ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਲਗਭਗ ਸਾਰੇ ਕੈਂਡੀਡੇਟ ਜਿਹੜੇ ਸਿਲੈਕਟ ਹੋਣ ਦੇ ਚਾਂਸਸ ਨੇ। ਔਰ ਮੇਨ ਗੱਲ ਜਿਹੜੀ ਸਾਇੰਸ ਦੇ ਵਿੱਚ ਤਾਂ ਲਗਭਗ ਜਿਹੜੀ ਆ ਮੈਰਿਟ ਹੋਰ ਡਾਊਨ ਜਾਏਗੀ ਹੀ ਜਾਏਗੀ। ਜਿੱਦਾਂ ਕਿ ਹੁਣ 55 ਤੱਕ ਆਈ ਹੈ, ਇਹ ਅਸੀਂ ਪਹਿਲਾਂ ਵੀ ਗੱਲ ਕਰੀ ਸੀ ਕਿ ਫਸਟ ਲਿਸਟ ਜਿਹੜੀ ਹੈ ਸਾਇੰਸ ਦੀ ਉਹ 55 ਤੱਕ ਆਏਗੀ। 55 ਪਲੱਸ ਵਾਲੇ ਸਾਰੇ ਫਸਟ ਲਿਸਟ ਦੇ ਵਿੱਚ ਆ ਜਾਣਗੇ ਔਰ ਉਸੇ ਤਰ੍ਹਾਂ ਉਹ ਆਏ ਵੀ ਨੇ। ਸੋ ਇਸੇ ਤਰ੍ਹਾਂ ਹੁਣ ਜਿਹੜੀ ਸੈਕਿੰਡ ਲਿਸਟ ਹੈ, ਜਿੱਦਾਂ ਪਹਿਲੀ 400 ਬੰਦਾ ਅਸੀਂ ਮੰਨਿਆ ਕਿ 400 ਬੰਦਾ ਜਿਹੜਾ ਸਕਰੂਟਨੀ ਲਈ ਗਿਆ ਸੀ, ਉਹਦੇ ਵਿੱਚੋਂ ਤਕਰੀਬਨ ਜਿਹੜੇ ਪਹਿਲੇ ਕਹਿ ਸਕਦੇ 250-300 ਇੰਨੇ ਕੁ ਉਮੀਦਵਾਰ ਜਿਹੜੇ ਉੱਥੇ ਕੱਲ੍ਹ ਸਕਰੂਟਨੀ ਦੇ ਲਈ ਪ੍ਰੈਜੈਂਟ ਸੀਗੇ। ਹਾਲਾਂਕਿ ਉਹਨਾਂ ਕੋਲ ਜਿਹੜੀ ਲਿਸਟ ਸੀ ਉਹ ਤਕਰੀਬਨ 400 ਕੈਂਡੀਡੇਟ ਦੇ ਨੀਅਰੈਸਟ ਸੀਗੀ, ਪਰ ਪਹੁੰਚਣ ਵਾਲੇ ਕੈਂਡੀਡੇਟਸ ਜਿਹੜੇ ਉੱਥੇ 300 ਜਾਂ 300 ਤੋਂ ਥੋੜ੍ਹਾ ਬਹੁਤਾ ਉੱਪਰ ਨੀਚੇ ਹੋ ਸਕਦੇ ਨੇ। ਇੰਨੇ ਕੁ ਕੈਂਡੀਡੇਟ ਹੀ ਜਿਹੜੇ ਉੱਥੇ ਪਹੁੰਚੇ ਸੀ। ਸੋ ਇਹਨਾਂ 'ਚੋਂ ਵੀ ਉਹ ਹੋਣਗੇ ਕੁਛ ਕੈਂਡੀਡੇਟ ਬਾਹਰ ਹੋ ਹੀ ਜਾਂਦੇ ਆ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਹੁੰਦੇ, ਜਾਂ ਇਹਨਾਂ 'ਚੋਂ ਕੁਛ ਕੈਂਡੀਡੇਟ ਛੱਡ ਕੇ ਮੈਥ ਦੇ ਵਿੱਚ ਵੀ ਜਾਣਗੇ। ਸੋ ਇਸ ਲਈ ਉੱਥੋਂ ਵੀ ਜਿਹੜੀਆਂ ਸੀਟਸ ਜਿਹੜੀਆਂ ਕਿ ਖਾਲੀ ਰਹਿਣਗੀਆਂ। ਔਰ ਸਾਡੇ ਕੋਲ ਤਕਰੀਬਨ 300 ਪਲੱਸ ਜਿਹੜੀਆਂ ਪੋਸਟਾਂ ਨੇ ਉਹ SCRO ਦੇ ਖਾਤੇ 'ਚ ਆਉਣਗੀਆਂ, ਡੀ ਰਿਜ਼ਰਵ ਹੋ ਕੇ ਵੀ। ਸੋ ਇਸ ਲਈ ਕੋਈ ਫਿਕਰ ਕਰਨ ਦੀ ਲੋੜ ਨਹੀਂ। ਜਿਨ੍ਹਾਂ ਦੇ ਮਾਰਕਸ ਜਿਹੜੇ 50 ਔਰ 45 ਪਲੱਸ ਬਣ ਰਹੇ ਨੇ, ਸੋ ਉਹਨਾਂ ਦੇ 45 to 50 ਦੇ ਵਿੱਚ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ 80% ਚਾਂਸ ਨੇ ਕਿ ਉਹਨਾਂ ਦਾ ਨਾਮ ਵੀ ਜਿਹੜਾ ਇਹ ਲਿਸਟ ਦੇ ਵਿੱਚ ਜ਼ਰੂਰ ਆਏਗਾ। ਔਰ ਜਿਹੜੇ 50 ਪਲੱਸ ਨੇ ਉਹ ਤਾਂ ਸ਼ੋਰ ਆ ਕਿ ਉਹ ਤਾਂ ਸੈਕਿੰਡ ਲਿਸਟ ਦੇ ਵਿੱਚ ਜਿਹੜੇ ਆ ਉਹ ਆ ਹੀ ਜਾਣਗੇ। ਸੋ ਇਸ ਲਈ ਫਿਕਰ ਕਰਨ ਦੀ ਲੋੜ ਨਹੀਂ। ਔਰ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਜਿਵੇਂ ਇੱਕ ਰਿਕੁਐਸਟ ਕੀਤੀ ਸੀ, ਅਗਰ ਕੋਈ ਜਿਹੜਾ
ਇਹ ਕੈਂਡੀਡੇਟ ਜਿਹਨੇ ਸਕਰੂਟਨੀ 'ਤੇ ਗਿਆ ਉਹ ਸੁਣ ਰਿਹਾ ਹੋਵੇ ਕਿ ਅਗਰ ਤੁਹਾਡਾ ਦੋਵਾਂ ਸਬਜੈਕਟਸ ਦੇ ਵਿੱਚ ਨਾਮ ਆ ਜਾਂਦਾ ਹੈ ਤਾਂ ਪਲੀਜ਼ ਆਪਣਾ ਜਿਹੜਾ ਜੁਆਇਨਿੰਗ ਲੈਟਰ ਆ ਉਹ ਕਿਸੇ ਵੀ ਇੱਕ ਸਬਜੈਕਟ ਦਾ ਹੀ ਲਿਓ ਜੋ ਵੀ ਤੁਹਾਨੂੰ ਪਸੰਦ ਹੋਵੇ। ਸੋ ਇਹ ਨਾ ਹੋਵੇ ਕਿ ਦੋਵਾਂ ਦਾ ਤੁਸੀਂ ਜੁਆਇਨਿੰਗ ਲੈਟਰ ਲੈ ਲੈਣੇ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਇੱਕ ਸੀਟ ਜਿਹੜੀ ਆ ਤੁਸੀਂ ਛੱਡ ਦਿੰਦੇ ਹੋ ਉਹ ਖਾਲੀ ਹੀ ਰਹਿ ਜਾਏਗੀ, ਉਹ ਕਿਸੇ ਕੰਮ ਦੀ ਨਹੀਂ ਰਹਿਣੀ। ਔਰ ਹੋ ਸਕਦਾ ਅਗਰ ਤੁਸੀਂ ਉਹਨੂੰ ਪਹਿਲਾਂ ਹੀ ਛੱਡ ਦਿੰਦੇ ਹੋ, ਨਹੀਂ ਉਹਨੂੰ ਜੁਆਇਨਿੰਗ ਲੈਟਰ ਲੈਂਦੇ, ਤਾਂ ਹੋ ਸਕਦਾ ਕਿਸੇ ਦਾ ਭਲਾ ਹੋ ਸਕਦਾ। ਸੋ ਇਸ ਲਈ ਇਹ ਵੀ ਸੁਣਨ 'ਚ ਆਇਆ ਕਿ ਵੈਸੇ ਤਾਂ ਬੋਰਡ ਵਾਲਿਆਂ ਨੇ ਇਹ ਕਰਿਆ ਸੀ ਕਿ ਇੱਕ ਹੀ ਜੁਆਇਨਿੰਗ ਲੈਟਰ ਮਿਲੇਗਾ ਜਿਵੇਂ 3704 ਦੇ ਵਿੱਚ ਇਹ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੇ ਇੱਕ ਹੀ ਜੁਆਇਨਿੰਗ ਲੈਟਰ ਦਿੱਤਾ, ਉਹ ਅਗਲੇ ਦੀ ਪਸੰਦ ਦਾ ਜੋ ਵੀ ਚਾਹੀਦਾ ਸੀ ਉਹਨਾਂ ਨੂੰ, ਅਗਰ ਦੋਨਾਂ ਦੇ ਵਿੱਚ ਜਿਹੜਾ ਉਹ ਸਿਲੈਕਟ ਹੋਏ ਨੇ। ਸੋ ਇਸ ਲਈ ਘਬਰਾਉਣ ਦੀ ਲੋੜ ਨਹੀਂ। ਜਿਨ੍ਹਾਂ ਦੇ ਵੀ ਮਾਰਕਸ ਜਿਹੜੇ ਨੇ ਥੋੜ੍ਹੇ ਬਹੁਤੇ ਲੋ ਹੈਗੇ ਨੇ ਉਹ ਅਗਲੀ ਲਿਸਟ ਦੇ ਵਿੱਚ ਜ਼ਰੂਰ ਆ ਜਾਣਗੇ। ਔਰ ਇਹ ਵੀ ਹੈਗਾ ਕਿ ਲਿਸਟ ਜ਼ਰੂਰ ਆਏਗੀ, ਹੋ ਸਕਦਾ ਦੋ ਨਹੀਂ 3 ਵੀ ਆ ਸਕਦੀਆਂ ਨੇ, 4 ਵੀ ਆ ਸਕਦੀਆਂ। ਸੈਕੰਡ ਲਿਸਟ ਦਾ ਪੱਕਾ ਹੀ ਹੈ ਕਿ ਸਾਇੰਸ ਦੀ ਵੀ ਆਏਗੀ, ਮੈਥ ਦੀ ਵੀ ਆਏਗੀ। ਉਸ ਤੋਂ ਬਾਅਦ ਵਾਲੀ ਲਿਸਟਾਂ ਡਿਪੈਂਡ ਕਰਨਗੀਆਂ ਕਿ ਉਹਨਾਂ ਕੋਲ ਪੋਸਟਾਂ ਬਚਦੀਆਂ ਨੇ ਜਾਂ ਨਹੀਂ, ਉਸ ਦੇ ਉੱਪਰ ਡਿਪੈਂਡ ਕਰਦਾ। ਔਰ ਹਾਲ ਦੀ ਘੜੀ ਹੌਸਲਾ ਰੱਖੋ ਔਰ ਵੇਟ ਕਰੋ, ਸਕਰੂਟਨੀ ਹੋ ਲੈਣ ਦਿਓ। ਔਰ 899 ਵਾਲਿਆਂ ਦੀ ਜਿਵੇਂ ਹੀ ਸਕਰੂਟਨੀ ਹੁੰਦੀ ਹੈ ਉਸ ਤੋਂ ਬਾਅਦ ਹੀ ਜਿਹੜੀ ਹੈ ਸੈਕੰਡ ਲਿਸਟ ਆਉਣ ਦੇ ਜਿਹੜੇ ਚਾਂਸਿਸ ਨੇ। ਸੋ ਉਨਾ ਟਾਈਮ ਵੇਟ ਕਰੋ। ਅੱਜ ਲਈ ਇੰਨਾ ਹੀ। ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਔਰ ਨਵੀਂ ਤੋਂ ਨਵੀਂ ਜਾਣਕਾਰੀ ਲਈ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।